ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ। ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਅੱਜ ਦਾ ਦਿਨ ਜੈ ਦਾ ਦਿਨ ਹੈ, ਤੇਰੀ ਮਹਿਮਾ ਅਤੇ ਵਡਿਆਈ ਦਾ ਦਿਨ ਹੈ। ਬਹੁਤ ਸਾਰੇ ਲੋਕ ਅੱਜ ਦੇ ਦਿਨ ਦੇ ਵਿੱਚ ਤੇਰੀ ਵਡਿਆਈ, ਤੇਰੀ ਉਸਤਤ ਕਰਨ ਦੇ ਲਈ ਆਪਣੇ ਜੀਵਨਾਂ ਨੂੰ ਤਿਆਰ ਕਰ ਰਹੇ ਆ, ਤੇ ਕਈ ਲੋਕ ਤਿਆਰੀ ਦੇ ਵਿੱਚ ਤੇਰੇ ਘਰ ਵਿੱਚ ਹੈ। ਕਈ ਲੋਕ ਪਰਮੇਸ਼ਰ ਪਿਤਾ ਇਸ ਤਿਆਰੀ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਪਿਤਾ ਤੇਰੇ ਸਨਮੁਖ ਰੱਖਦੇ ਆ। ਉਹਨਾਂ ਸਭਨਾਂ ਦੀ ਭਗਤੀ ਦੇ ਉੱਤੇ ਤੇਰੀ ਕਿਰਪਾ ਦੀ ਨਿਗਾਹ ਹੋਵੇ, ਔਰ ਆਪਣੀ ਭਗਤੀ ਉਹਨਾਂ ਦੇ ਜੀਵਨ ਦੇ ਵਿੱਚ ਲੈ ਕੇ ਉਹਨਾਂ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰ, ਤਾਂ ਕਿ ਤੇਰਾ ਨਾਮ ਉੱਚਾ ਹੋ ਸਕੇ। ਤੇਰੇ ਇਸ ਵਚਨ ਦੇ ਰਾਹੀਂ ਤੇਰੇ ਨਾਮ ਨੂੰ ਧੰਨਵਾਦ, ਮਹਿਮਾ ਅਤੇ ਵਡਿਆਈ ਆਪ ਨੂੰ ਪ੍ਰਵਾਨ ਹੋ ਸਕੇ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਵਚਨ ਨੂੰ ਔਰ ਸੁਣਨ ਵਾਲੇ ਸਾਰੇ ਪਰਮੇਸ਼ਰ ਦਾ ਭੈਣ ਭਰਾਵਾਂ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਆ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਹਿਜ਼ਕੀਏਲ ਦੀ ਪੁਸਤਕ 36 ਅਧਿਆਇ ਉਸ ਦੀ 26 ਆਇਤ ਦੇ ਵਿੱਚੋਂ। ਅੱਜ ਜੈ ਦਾ ਦਿਨ ਹੈ। ਇਸ ਜੈ ਦੇ ਦਿਨ ਦੇ ਵਿੱਚ ਅਸੀਂ ਪ੍ਰਭੂ ਦੀ ਆਰਾਧਨਾ ਅਤੇ ਉਪਾਸਨਾ ਕਰਦੇ ਹਾਂ, ਜਿਸ ਦੇ ਵਿੱਚ ਅਸੀਂ ਪ੍ਰਭੂ ਦੇ ਨਾਲ ਉਸ ਦੇ ਕੀਤੇ ਹੋਏ ਉਪਕਾਰ ਨੂੰ ਉਸ ਦੇ ਅੱਗੇ ਰੱਖਦੇ ਹਾਂ, ਜਿਸ ਦੇ ਨਾਲ ਉਹ ਸਾਡੇ ਜੀਵਨ ਦੇ ਵਿੱਚ ਆਪਣੀ ਮਹਿਮਾ ਨੂੰ ਲੈ ਕੇ ਸਾਨੂੰ ਆਪਣੇ ਉਸ ਜਿਉਂਦੀ ਆਸ ਦੇ ਵਿੱਚ ਦਿਨ ਪ੍ਰਤੀ ਦਿਨ ਵਧਾਉਂਦਾ ਹੈ। ਇੱਥੇ ਜੋ 26 ਆਇਤ ਦੇ ਵਿੱਚ ਲਿਖਿਆ ਹੈ, ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ, ਅਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਕੇ ਮਾਸ ਦਾ ਦਿਲ ਬਖਸ਼ਾਂਗਾ। ਬੜੀ ਅਦਭੁਤ ਅਤੇ ਬੜੀ ਸੁੰਦਰ ਗੱਲ ਇਸ ਜਗ੍ਹਾ ਦੇ ਉੱਤੇ ਅਸੀਂ ਪੜ੍ਹੀ ਹੈ। ਇਸ ਦਾ ਜੋ ਮੈਂ ਧੰਨਵਾਦ ਦੇ ਲਈ ਸਬਜੈਕਟ ਲਿਆ ਹੈ, ਵਿਸ਼ਾ ਹੈ, ਉਹ ਹੈ ਪਰਮੇਸ਼ਰ ਵੱਲੋਂ ਮੈਨੂੰ ਉਸ ਦੇ ਪੁੱਤਰ ਯਿਸੂ ਮਸੀਹ ਦੇ ਵਿੱਚ ਮਾਸ ਦਾ ਦਿਲ ਦਿੱਤਾ ਗਿਆ। ਮਾਸ ਦਾ ਦਿਲ ਦਿੱਤਾ ਗਿਆ। ਮੇਰੇ ਵਿੱਚੋਂ ਪਰਮੇਸ਼ਵਰ ਨੇ ਪੱਥਰ ਦਾ ਦਿਲ ਕੱਢਿਆ। ਇਹ ਪਰਮੇਸ਼ਵਰ ਦਾ ਬਹੁਤ ਵੱਡਾ ਅਹਿਸਾਨ ਹੈ। ਦਿਲ ਭਾਵਨਾ ਜਾਂ ਪਿਆਰ ਦੀ ਥਾਂ ਹੈ। ਦਿਲ ਭਾਵਨਾ ਦੀ ਜਾਂ ਪਿਆਰ ਦੀ ਥਾਂ ਹੈ, ਅਤੇ ਜੇ ਸਾਨੂੰ ਨਵਾਂ ਦਿਲ ਨਾ ਮਿਲੇ ਤਾਂ ਅਸੀਂ ਪਰਮੇਸ਼ਰ ਨਾਲ ਪਿਆਰ ਨਹੀਂ ਕਰ ਸਕਦੇ। ਜਿਹੜਾ ਮੇਰਾ ਪੁਰਾਣਾ ਦਿਲ ਹੈ, ਜੇ ਅਸੀਂ ਉਸ ਦੇ ਬਾਰੇ ਵੇਖੀਏ ਤਾਂ ਉਹ ਪੱਥਰ ਦਾ ਦਿਲ ਹੈ, ਜਿਸ ਦੇ ਬਾਰੇ ਯਰਮਾਇਆ ਆਪਣੀ ਪੁਸਤਕ ਦੇ ਵਿੱਚ ਪਹਿਲਾਂ ਲਿਖ ਚੁੱਕਾ ਹੈ। ਮੈਂ ਉਸ ਦੇ ਲਈ ਆਪ ਦੇ ਅੱਗੇ ਪੜ੍ਹਦਾ ਹਾਂ। ਯਰਮਾਇਆ ਦੀ ਪੁਸਤਕ ਉਸ ਦਾ 17 ਅਧਿਆਇ ਉਸ ਦੀ 9 ਆਇਤ। ਦਿਲ ਤਾਂ ਸਭ ਵਸਤਾਂ ਨਾਲੋਂ ਜ਼ਿਆਦਾ ਧੋਖਾ ਦੇਣ ਵਾਲਾ ਹੈ। ਉਸ ਨੂੰ ਕੌਣ ਸਮਝ ਸਕਦਾ? ਉਸ ਨੂੰ ਅਸਦ ਰੋਗ ਲੱਗਾ ਹੋਇਆ ਹੈ। ਉਹ ਰੋਗ ਜਿਹੜਾ ਠੀਕ ਨਹੀਂ ਹੋ ਸਕਦਾ, ਉਹ ਹੈ ਪਾਪ ਦਾ ਰੋਗ। ਬਾਣੀ ਦੱਸਦੀ ਹੈ ਕਿ ਅਸੀਂ ਸਾਰੇ ਪਾਪ ਦੇ ਹੇਠ ਸੀ, ਔਰ ਸਾਨੂੰ ਪਾਪ ਨੇ ਅਜਿਹੀਆਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੀ, ਜਿਸ ਤੋਂ ਨਿਕਲਣਾ ਬੜਾ ਔਖਾ ਸੀ। ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਿਹਾ ਸੀ, ਹਿਜ਼ਕੀਏਲ ਨੂੰ, ਤਾਂ ਪਰਮੇਸ਼ਵਰ ਇਸ ਦੇ ਵਿੱਚ ਦੱਸਦਾ ਹੈ ਕਿ ਇਸਰਾਇਲ ਕੌਮ ਨੇ ਮੇਰੇ ਨਾਮ ਨੂੰ ਪਲੀਤ ਕੀਤਾ, ਕਿਉਂ ਜੋ ਇਸਰਾਇਲ ਨੇ ਆਪਣੇ ਦੁਸ਼ਟ ਵਿਵਹਾਰ ਰਾਹੀਂ ਪਰਮੇਸ਼ਵਰ ਦੇ ਵਚਨ ਦੀ, ਪਰਮੇਸ਼ਵਰ ਦੇ ਨਿਯਮਾਂ ਦੀ, ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਉਸ ਦਾ ਅਨਾਦਰ ਕੀਤਾ। ਉਹ ਨਾਸ਼ ਵੀ ਹੋ ਗਏ। ਜਦੋਂ ਅਸੀਂ ਇਸਰਾਇਲ ਦੇ ਆਖਰੀ ਰਾਜਾ ਸਿਦਕਿਆ ਦੇ ਬਾਰੇ ਪੜ੍ਹਦੇ ਹਾਂ, ਜਿਸ ਨੂੰ ਯਰਮਾਇਆ ਨਬੀ ਦੇ ਰਾਹੀਂ ਭਵਿੱਖਬਾਣੀ ਕੀਤੀ ਗਈ ਸੀਗੀ ਕਿ ਤੂੰ ਪਰਮੇਸ਼ਵਰ ਦੇ ਉੱਤੇ ਆਪਣਾ ਮਨ ਫੇਰ, ਆਪਣੀ ਪ੍ਰਜਾ ਦਾ ਮਨ ਫੇਰ, ਤਾਂ ਪਰਮੇਸ਼ਵਰ ਤੇਰੇ ਉੱਤੇ ਦਇਆ ਕਰੇਗਾ ਅਤੇ ਤੇਰੀ ਕੌਮ ਉੱਤੇ ਦਇਆ ਕਰੇਗਾ। ਪਰ ਸਿਦਕਿਆ ਇੰਨਾ ਅੰਨਾ ਹੋ ਗਿਆ, ਉਸਨੇ ਪਰਮੇਸ਼ਵਰ ਦੇ ਲੋਕਾਂ ਦਾ ਉਪਹਾਸ ਉਡਾਇਆ ਅਤੇ ਯਰਮਾਇਆ ਨੂੰ ਪਾਣੀ ਦੇ ਖੂਹ ਦੇ ਵਿੱਚ ਲਟਕਾ ਦਿੱਤਾ, ਖਾਲੀ ਖੂਹ ਦੇ ਵਿੱਚ।
ਔਰ ਉਸ ਨੂੰ ਉਸ ਦੇ ਵਿੱਚੋਂ ਸੁੱਟਿਆ ਗਿਆ। ਔਰ ਪਰਮੇਸ਼ਰ ਦਾ ਕ੍ਰੋਧ ਇਸਰਾਇਲ ਦੇ ਉੱਤੇ ਭੜਕਿਆ। ਸਿਦਕਿਆ ਰਾਜਾ ਦੇ ਦੋਹਾਂ ਪੁੱਤਰਾਂ ਨੂੰ ਮਾਰ ਦਿੱਤਾ ਗਿਆ ਔਰ ਸਿਦਕਿਆ ਰਾਜਾ ਦੀਆਂ ਅੱਖਾਂ ਕੱਢ ਕੇ ਉਸ ਨੂੰ ਉਸੇ ਜਗ੍ਹਾ ਦੇ ਉੱਤੇ ਮਾਰ ਦਿੱਤਾ ਗਿਆ, ਲਟਕਾ ਦਿੱਤਾ ਗਿਆ। ਔਰ ਇਹ ਫਾਰਸ ਦੇ ਰਾਜਾ ਦੇ ਵੱਲੋਂ ਹੋਇਆ ਸੀ। ਜਦੋਂ ਅਸੀਂ ਪਾਪ ਕਰਦੇ ਹਾਂ, ਸਾਡਾ ਪੱਥਰ ਦਿਲ ਜਦੋਂ ਹੋ ਜਾਂਦਾ ਹੈ ਤਾਂ ਫਿਰ ਅਸੀਂ ਪਰਮੇਸ਼ਰ ਨੂੰ ਨਹੀਂ ਦੇਖਦੇ। ਪਰਮੇਸ਼ਰ ਦੇ ਕੀਤੇ ਹੋਏ ਕੰਮਾਂ ਦਾ ਅਸੀਂ ਉਪਹਾਸ ਉਡਾਉਂਦੇ ਹਾਂ, ਜਿਹੜੇ ਪਰਮੇਸ਼ਰ ਨੂੰ ਪ੍ਰਵਾਨ ਨਹੀਂ, ਜਿਹੜੇ ਪਰਮੇਸ਼ਰ ਨੂੰ ਸਾਡੇ ਸਮਕਸ਼ ਉਹ ਨਹੀਂ ਚਾਹੁੰਦਾ ਕਿ ਅਸੀਂ ਅਜਿਹੇ ਕੰਮ ਕਰੀਏ। ਪਰ ਜਦੋਂ ਅਸੀਂ ਕਰਦੇ ਹਾਂ ਤਾਂ ਪਰਮੇਸ਼ਰ ਨੂੰ ਸਾਡੇ ਜੀਵਨ ਦੇ ਵਿੱਚ ਕਿਣ ਆਉਂਦੀ ਹੈ, ਸੋਂਗ ਆਉਂਦੀ ਹੈ ਅਤੇ ਉਹ ਸਾਡੇ ਉੱਤੇ ਆਪਣਾ ਕ੍ਰੋਧ ਪ੍ਰਗਟ ਕਰਦਾ ਹੈ। ਔਰ ਪਰਮੇਸ਼ਰ ਦਾ ਕ੍ਰੋਧ, ਪਾਪ ਦੀ ਸਜ਼ਾ ਮੌਤ। ਰੋਮੀਆਂ 6:23 ਦੇ ਵਿੱਚ ਲਿਖਿਆ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਧੰਨਵਾਦ ਹੈ ਪਰਮੇਸ਼ਰ ਦਾ ਜਿਹੜਾ ਸਾਨੂੰ ਉਸਦੇ ਪੁੱਤਰ ਦੇ ਰਾਹੀਂ ਧਾਰਮਿਕਤਾ ਦਾ ਜੀਵਨ ਦਿੰਦਾ ਹੈ। ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ਿਸ਼ ਮਸੀਹ ਯਸੂ ਵਿੱਚ ਸਦੀਪਕ ਜਿਉਣ ਹੈ। ਇਹ ਹੈ ਮਾਸ ਦੇ ਦਿਲ ਦਾ ਕੰਮ। ਜਿਹੜਾ ਪੱਥਰ ਦਾ ਦਿਲ ਹੈ, ਮੇਰੇ ਵਿੱਚੋਂ ਪ੍ਰਭੂ ਯਸੂ, ਪਰਮੇਸ਼ਰ ਨੇ ਪ੍ਰਭੂ ਯਸੂ ਮਸੀਹ ਦੇ ਰਾਹੀਂ ਕੱਢ ਕੇ ਉਸ ਨੇ ਆਪਣੇ ਪੁੱਤਰ ਪ੍ਰਭੂ ਯਸੂ ਮਸੀਹ ਦਾ ਮੇਰੇ ਵਿੱਚ ਮਾਸ ਦਾ ਲਹੂ ਪਾ ਦਿੱਤਾ। ਜਿਹੜਾ ਪਰਮੇਸ਼ਰ ਦਾ ਆਦਰ ਸਤਿਕਾਰ ਕਰਨ ਵਾਲਾ ਹੈ, ਜਿਹੜਾ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਹੈ, ਜਿਹੜਾ ਪਰਮੇਸ਼ਰ ਦੀ ਵਡਿਆਈ ਕਰਨ ਵਾਲਾ ਹੈ, ਜਿਹੜਾ ਪਰਮੇਸ਼ਰ ਦੀ ਉਸਤਤ ਕਰਨ ਵਾਲਾ ਹੈ। ਪਿਆਰੋ, ਇਹ ਆਸਾਨ ਨਹੀਂ ਸੀ। ਪਾਪ ਦੇ ਨਾਲ ਅਸੀਂ ਭਰੇ ਹੋਏ ਸੀ, ਪਾਪ ਨੇ ਸਾਨੂੰ ਜਕੜਿਆ ਹੋਇਆ ਸੀ ਔਰ ਅਸੀਂ ਪਰਮੇਸ਼ਵਰ ਨੂੰ ਦਿਨ ਪ੍ਰਤੀ ਦਿਨ ਆਪਣੇ ਜੀਵਨ ਦੇ ਵਿੱਚ ਨਿੰਦਿਤ ਕਰ ਰਹੇ ਸੀ। ਪਰ ਧੰਨਵਾਦ ਹੈ ਪਰਮੇਸ਼ਵਰ ਨੇ ਮੇਰੇ ਵਿੱਚ ਆਪਣੇ ਪੁੱਤਰ ਪ੍ਰਭੂ ਯਸੂ ਮਸੀਹ ਦੇ ਰਾਹੀਂ ਮੇਰੇ ਉੱਤੇ ਕਿਰਪਾ ਕੀਤੀ। ਮੈਂ ਉਸ ਦੀ ਕਿਰਪਾ ਦੇ ਨਾਲ ਬਚਾਇਆ ਗਿਆ। ਮੈਂ ਆਪਣੀ ਕਿਰਪਾ ਦੇ ਨਾਲ ਨਹੀਂ, ਆਪਣੀ ਸਵੈ ਇੱਛਾ ਦੇ ਨਾਲ ਨਹੀਂ, ਆਪਣੇ ਕੰਮ ਦੇ ਨਾਲ, ਆਪਣੇ ਧਰਮ ਦੇ ਕੰਮਾਂ ਦੇ ਨਾਲ ਨਹੀਂ। ਕਿਉਂਕਿ ਬਾਈਬਲ ਦੱਸਦੀ ਹੈ ਤੁਹਾਡੇ ਧਰਮ ਦੇ ਕੰਮ ਉਹਦੇ ਅੱਗੇ ਮੈਲੇ ਚਿੱਥੜੇ ਕੱਪੜਿਆਂ ਦੇ ਸਮਾਨ ਹੈ। ਕੋਈ ਵੀ ਧਰਮੀ ਨਹੀਂ, ਇੱਕ ਵੀ ਧਰਮੀ ਨਹੀਂ, ਪਰ ਪਰਮੇਸ਼ਵਰ ਨੇ ਮੈਨੂੰ ਆਪਣੇ ਪੁੱਤਰ ਵਿੱਚ ਧਰਮੀ ਬਣਾਇਆ ਅਤੇ ਮਾਸ ਦਾ ਉਹ ਦਿਲ ਦਿੱਤਾ ਜਿਹੜਾ ਪਰਮੇਸ਼ਵਰ ਨੂੰ ਪ੍ਰਵਾਨ ਹੈ। ਪਰਮੇਸ਼ਵਰ ਨੇ ਪ੍ਰਭੂ ਯਸੂ ਮਸੀਹ ਨੂੰ ਕਲਵਰੀ ਕਰੂਸ ਦੇ ਉੱਤੇ ਉਹਦੇ ਦਿੱਤੇ ਹੋਏ ਬਲੀਦਾਨ ਨੂੰ ਸਵੀਕਾਰ ਕੀਤਾ ਮੇਰੇ ਲਈ। ਮੈਂ ਪਾਪੀ ਸਾਂ, ਉਸ ਦੇ ਪੁੱਤਰ ਦੀ ਮਾਰ ਖਾਣ ਦੇ ਨਾਲ ਮੈਂ ਚੰਗਾ ਹੋਇਆ ਔਰ ਉਸ ਦੇ ਲਹੂ ਬਹਾਏ ਜਾਣ ਦੇ ਨਾਲ ਮੈਂ ਪਾਪਾਂ ਤੋਂ ਸ਼ੁੱਧ ਹੋਇਆ। ਕਿੰਨੀ ਵੱਡੀ ਗੱਲ ਹੈ। ਇਹ ਮੇਰੀ ਆਪਣੀ ਯੋਗਤਾ ਦੇ ਨਾਲ ਨਹੀਂ, ਇਹ ਮੇਰੀ ਆਪਣੀ ਕੋਸ਼ਿਸ਼ ਦੇ ਨਾਲ ਨਹੀਂ, ਇਹ ਪਰਮੇਸ਼ਰ ਦੀ ਉਸ ਦਇਆ ਦੇ ਕਾਰਨ ਜੋ ਮਸੀਹ ਯਸੂ ਦੇ ਵਿੱਚ ਮੇਰੇ ਉੱਤੇ ਪ੍ਰਗਟ ਹੋਈ। ਮੈਂ ਆਪਣੇ ਆਪ ਤੋਂ ਬਚ ਨਹੀਂ ਸੀ ਸਕਦਾ, ਮੈਂ ਆਪਣੇ ਆਪ ਤੋਂ ਛੁੱਟ ਨਹੀਂ ਸੀ ਸਕਦਾ। ਮੇਰੇ ਉੱਤੇ ਮੌਤ ਦੀ ਸਜ਼ਾ ਲਟਕੀ ਹੋਈ ਸੀ, ਪਰ ਪਰਮੇਸ਼ਰ ਨੇ ਐਨ ਵੇਲੇ ਉੱਤੇ ਆਪਣੇ ਪੁੱਤਰ ਨੂੰ ਘੱਲ ਕੇ ਮੈਨੂੰ ਉਸ ਮੌਤ ਤੋਂ ਛੁਡਾ ਕੇ ਮੇਰੇ ਵਿੱਚ ਮਾਸ ਦਾ ਦਿਲ ਭਰ ਕੇ ਮੈਨੂੰ ਆਪਣੀ ਭਗਤੀ ਲਈ ਰਚ ਲਿਆ। ਉਹ ਭਗਤੀ ਦੇ ਲਈ ਜਿਸ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਜਿਸ ਨੂੰ ਪਰਮੇਸ਼ਰ ਚਾਹੁੰਦਾ ਹੈ। ਕਿਉਂਕਿ ਬਾਈਬਲ ਦੇ ਵਿੱਚ ਯਹੋਨਾ ਦੀ ਅੰਜੀਲ ਉਸ ਦਾ 4 ਅਧਿਆਇ ਉਸ ਦੀ 24 ਆਇਤ ਦੇ ਵਿੱਚ ਲਿਖਿਆ ਹੈ, ਪਰਮੇਸ਼ਰ ਅਜਿਹੇ ਭਗਤਾਂ ਨੂੰ ਭਾਲਦਾ ਹੈ ਜਿਹੜੇ ਪਰਮੇਸ਼ਰ ਦੀ ਆਤਮਾ ਅਤੇ ਸੱਚਾਈ ਦੇ ਨਾਲ ਉਸ ਦੀ ਭਗਤੀ ਕਰਦੇ ਹਨ। ਉਹ ਆਤਮਾ ਅਤੇ ਉਹ ਸੱਚਾਈ ਪ੍ਰਭੂ ਯਸੂ ਮਸੀਹ ਦੇ ਰਾਹੀਂ ਮੈਨੂੰ ਮਿਲੀ ਹੈ। ਉਸ ਦੇ ਰਾਹੀਂ ਮੈਨੂੰ ਸੱਚਾ ਰਾਹ ਉਸ ਦੇ ਪਿਆਰੇ ਪੁੱਤਰ ਤੋਂ ਅਤੇ ਉਸ ਦਾ ਆਤਮਾ ਮੇਰੇ ਦਿਲ ਵਿੱਚ ਪਾਇਆ ਗਿਆ, ਜਿਹੜਾ ਪਰਮੇਸ਼ਰ ਦੇ ਕੀਤੇ ਹੋਏ ਅਹਿਸਾਨਾਂ ਦਾ ਅਤੇ ਪਰਮੇਸ਼ਰ ਦੀ ਕੀਤੀ ਹੋਈ ਭਲਾਈ ਦਾ ਮੇਰੇ ਜੀਵਨ ਦੇ ਵਿੱਚ ਮੈਨੂੰ ਉਸ ਦੇ ਅੱਗੇ ਉਸ ਦੀ ਬੰਦਗੀ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਇਹ ਮੇਰੇ ਜੀਵਨ ਦੇ ਵਿੱਚ ਪ੍ਰਭੂ ਯਸੂ ਮਸੀਹ ਦੇ ਰਾਹੀਂ ਹੋਇਆ।
ਉਹ ਜੇ ਕਲਵਰੀ ਕਰੂਸ ਦੇ ਉੱਤੇ ਮੇਰੇ ਲਈ ਇੱਕ ਇੱਕ ਤਸੀਹਾ ਨਾ ਝੱਲਦਾ, ਮੇਰੇ ਲਈ ਇੱਕ ਇੱਕ ਪੀੜਾ ਨੂੰ ਨਾ ਸਹਿੰਦਾ, ਤਾਂ ਮੈਂ ਬਚਾਇਆ ਨਹੀਂ ਸੀ ਜਾ ਸਕਦਾ। ਕਿਉਂਕਿ ਮੈਂ ਆਪਣੇ ਪਾਪ ਨੂੰ ਲੈ ਕੇ ਤੁਰ ਰਿਹਾ ਸੀ, ਔਰ ਮੈਂ ਆਪਣੇ ਪਾਪ ਦੇ ਨਾਲ ਕਦੇ ਵੀ ਪਰਮੇਸ਼ਰ ਦੀ ਪਵਿੱਤਰ ਭਗਤੀ ਨਹੀਂ ਸੀ ਕਰ ਸਕਦਾ। ਕਿਉਂਕਿ ਉਸ ਦੀ ਪਵਿੱਤਰ ਭਗਤੀ ਦੇ ਲਈ ਇੱਕ ਪਵਿੱਤਰ ਬਲੀਦਾਨ ਦੀ, ਇੱਕ ਪਵਿੱਤਰ ਲੇਲੇ ਦੀ ਜ਼ਰੂਰਤ ਸੀ, ਜਿਸ ਦੇ ਲਈ ਯਹੋਨਾ ਆਪਣੀ ਪੱਤਰੀ ਦੇ ਵਿੱਚ, ਆਪਣੀ ਅੰਜੀਲ ਦੇ ਵਿੱਚ ਕਹਿੰਦਾ 1:29 ਦੇ ਵਿੱਚ, ਉਹ ਵੇਖੋ ਪਰਮੇਸ਼ਰ ਦਾ ਲੇਲਾ ਜਿਹੜਾ ਸਾਰੇ ਜਗਤ ਦੇ ਪਾਪ ਦੇ ਭਾਰ ਨੂੰ ਚੁੱਕ ਲੈ ਜਾਂਦਾ ਹੈ। ਉਹ ਮੇਰੇ ਪਾਪ ਦੇ ਭਾਰ ਨੂੰ ਵੀ ਚੁੱਕ ਕੇ ਕਲਵਰੀ ਕਰੂਸ ਦੇ ਉੱਤੇ ਲੈ ਕੇ ਗਿਆ, ਅਤੇ ਉਸ ਨੇ ਕਲਵਰੀ ਕਰੂਸ ਦੇ ਉੱਤੇ ਮੇਰੇ ਲਈ ਕਿਹਾ ਪੂਰਾ ਹੋਇਆ, ਮੇਰੇ ਲਈ ਪੂਰਾ ਕੀਤਾ। ਮੈਨੂੰ ਆਪਣਾ ਪੁੱਤਰ ਬਣਾ ਕੇ ਆਪਣੀ ਭਗਤੀ ਦੇ ਲਈ ਰਚ ਲਿਆ। ਇਹ ਬਹੁਤ ਵੱਡਾ ਅਹਿਸਾਨ ਹੈ। ਸਭ ਤੋਂ ਵੱਡਾ ਉਸਨੇ ਮਾਸ ਦਾ ਦਿਲ ਜਿਹੜਾ ਮੇਰੇ ਵਿੱਚ ਪਾਇਆ। ਮਾਸ ਦਾ ਦਿਲ, ਉਸ ਦੇ ਵਿੱਚ ਨਮਰਤਾ ਹੈ। ਮਾਸ ਦਾ ਦਿਲ, ਉਸ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਪਿਆਰ ਹੈ। ਮਾਸ ਦਾ ਦਿਲ, ਉਸ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਉਤਸ਼ਾਹ ਹੈ। ਮਾਸ ਦਾ ਦਿਲ, ਉਸ ਦੇ ਪ੍ਰਤੀ ਪਰਮੇਸ਼ਰ ਦੀ ਭਗਤੀ ਹੈ। ਮਾਸ ਦਾ ਦਿਲ, ਪਰਮੇਸ਼ਰ ਵਿੱਚ ਆਨੰਦ ਹੈ। ਮਾਸ ਦਾ ਦਿਲ ਪਰਮੇਸ਼ਰ ਨੂੰ ਦੇਣ ਦੇ ਲਈ ਪ੍ਰੇਰਿਤ ਹੈ। ਮਾਸ ਦਾ ਦਿਲ ਪਰਮੇਸ਼ਰ ਦੀ ਸੱਚੀ ਭਗਤੀ ਕਰਨ ਦੇ ਲਈ ਉਸ ਨੂੰ ਪ੍ਰਵਾਨ ਹੈ। ਕਿੰਨੀ ਵੱਡੀ ਪਰਮੇਸ਼ਰ ਨੇ ਮੇਰੇ ਲਈ ਆਪਣੇ ਪੁੱਤਰ ਦੇ ਰਾਹੀਂ ਇਹ ਇੱਕ ਮੈਨੂੰ ਸੌਗਾਤ ਦਿੱਤੀ ਹੈ, ਇਹ ਮੈਨੂੰ ਦਾਨ ਦਿੱਤਾ ਹੈ, ਔਰ ਇਸ ਦਾਨ ਤੋਂ ਵੱਧ ਕੇ ਕੋਈ ਹੋਰ ਦਾਨ ਨਹੀਂ। ਕਿਉਂਕਿ ਮਾਸ ਦਾ ਦਿਲ ਕੋਈ ਨਹੀਂ ਦੇ ਸਕਦਾ ਸਿਵਾਏ ਪਰਮੇਸ਼ਰ ਤੋਂ। ਪਰਮੇਸ਼ਰ ਨੇ ਆਪਣਾ ਦਿਲ ਕਲਵਰੀ ਕਰੂਸ ਦੇ ਉੱਤੇ ਮੇਰੇ ਲਈ ਦਿੱਤਾ ਕਿ ਮੈਂ ਉਸ ਦਿਲ ਦੇ ਰਾਹੀਂ ਪਰਮੇਸ਼ਰ ਦੀ ਸੱਚੀ ਭਗਤੀ ਉਸ ਦੀ ਹਜ਼ੂਰੀ ਵਿੱਚ ਉਸ ਦੇ ਨਾਲ ਕਰ ਸਕਾਂ, ਜਿਸ ਤੋਂ ਪ੍ਰਸੰਨ ਹੁੰਦਾ ਹੈ। ਸੱਚਮੁੱਚ ਉਹ ਇਸ ਤੋਂ ਪ੍ਰਸੰਨ ਹੁੰਦਾ ਹੈ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਜਿਸ ਨੇ ਮੇਰੇ ਲਈ ਆਪਣੇ ਮਾਸ ਦੇ ਦਿਲ ਨੂੰ, ਭਾਵ ਪ੍ਰਭੂ ਯਿਸੂ ਮਸੀਹ ਨੂੰ ਮੇਰੇ ਲਈ ਦੇ ਦਿੱਤਾ, ਅਤੇ ਮੇਰੇ ਵਿੱਚੋਂ ਜਿਹੜਾ ਪਾਪ ਦਾ ਪੱਥਰ ਦਾ ਦਿਲ ਸੀ ਉਹ ਕੱਢ ਕੇ ਆਪਣਾ ਨਵਾਂ ਆਤਮਾ ਮੇਰੇ ਵਿੱਚ ਪਾ ਦਿੱਤਾ ਕਿ ਮੈਂ ਪਰਮੇਸ਼ਰ ਦੀ ਜਿਉਂਦੀ ਭਗਤੀ ਉਸ ਦੇ ਪੁੱਤਰ ਵਿੱਚ ਹੋ ਕੇ ਪਰਮੇਸ਼ਰ ਨੂੰ ਅਰਪਿਤ ਕਰਾਂ, ਜਿਸ ਤੋਂ ਪ੍ਰਸੰਨ ਹੁੰਦਾ ਹੈ। ਸੋ ਪਿਆਰੋ, ਮੈਂ ਧੰਨਵਾਦ ਕਰਦਾ ਕਿ ਪਰਮੇਸ਼ਰ ਨੇ ਮੇਰੇ ਵਿੱਚੋਂ ਪਾਪ ਦਾ ਪੱਥਰ ਦਾ ਦਿਲ ਕੱਢ ਕੇ ਮੇਰੇ ਵਿੱਚ ਭਗਤੀ ਦਾ ਮਾਸ ਦਾ ਦਿਲ ਭਰ ਦਿੱਤਾ, ਜਿਸ ਦੇ ਨਾਲ ਮੇਰੇ ਜੀਵਨ ਦੇ ਵਿੱਚ ਹੁਣ ਪਰਮੇਸ਼ਰ ਦੇ ਉਪਕਾਰਾਂ ਦੇ ਪ੍ਰਤੀ ਧੰਨਵਾਦ, ਮਹਿਮਾ, ਵਡਿਆਈ, ਉਸਤਤ ਉਸ ਨੂੰ ਚੜਾਉਣ ਦੇ ਲਈ ਮੇਰਾ ਦਿਲ ਬਾਰ-ਬਾਰ ਉਛਲਦਾ ਹੈ ਅਤੇ ਪ੍ਰੇਰਿਤ ਹੁੰਦਾ ਹੈ ਕਿ ਆਪਣੇ ਜਿਉਂਦੇ ਪਰਮੇਸ਼ਰ ਨੂੰ ਉਸ ਦੀ ਭਗਤੀ ਇਸ ਮਾਸ ਦੇ ਦਿਲ ਨਾਲ ਉਸ ਨੂੰ ਅਰਪਿਤ ਕਰੀਏ, ਜਿਸ ਨਾਲ ਉਹ ਪ੍ਰਸੰਨ ਹੁੰਦਾ ਹੈ। ਇਸ ਲਈ ਮੈਂ ਵੀ ਇਸ ਵਚਨ ਦੇ ਰਾਹੀਂ ਆਪਣੇ ਜਿਉਂਦੇ ਪਰਮੇਸ਼ਰ ਨੂੰ ਇਸ ਮਾਸ ਦੇ ਦਿਲ ਦੇ ਰਾਹੀਂ ਧੰਨਵਾਦ, ਮਹਿਮਾ, ਵਡਿਆਈ, ਉਸਤਤ ਅਤੇ ਪ੍ਰਸ਼ੰਸਾ ਉਸ ਦੇ ਪੁੱਤਰ ਦੇ ਰਾਹੀਂ ਪਰਮੇਸ਼ਰ ਨੂੰ ਅਰਪਿਤ ਕਰਦਾ। ਪਰਮੇਸ਼ਰ ਸਾਨੂੰ ਸਭਨਾਂ ਨੂੰ ਇਸ ਵਚਨ ਦੇ ਰਾਹੀਂ ਉਸ ਦੀ ਭਗਤੀ ਅਤੇ ਉਸ ਨੂੰ ਧੰਨਵਾਦ ਦੇਣ ਦੇ ਲਈ ਸਾਡੀ ਮਦਦ ਕਰੇ। ਜੈ ਮਸੀਹ ਦੀ। ਪ੍ਰਭੂ ਆਪ ਨੂੰ ਬਰਕਤ ਦੇਵੇ। ਮਾਰਾਨਾਥਾ।